किसान वीरो प्रोग्राम मेरा पिंड मेरे खेत तुहाडा स्वागत करते हैं। किसान वीरो दूरदर्शन केंद्र के इस प्रोग्राम के माध्यम राहीं असी किसानी दीयां लोड़ां, किसानी दीयां समस्यावां, किसानी नूं नवें ज्ञान के रूबरू कराउण वास्ते जिहड़ा ओह जां ते माहरां नूं साददे रहिंदे आ जां माहरां दे कोल जांदे रहिंदे आ। अज असी इस सिलसिले 'च आए हैं गुरु अंगद देव वैटनरी ते एनीमल साइंस यूनिवर्सिटी लुधियाना विखे। अज असी इत्थे गलबात करांगे कि संयुक्त मच्छी पालन जां एकीकृत मच्छी पालन जिहड़ा है वो की हुंदा है, इस नूं असीं किवें अपना सकते हैं, इहदी महत्ता की है, इहदी संभावना की है। साडे नाल ने इत्थों दे कॉलेज ऑफ फिशरीज़ दे विग्यानी डॉक्टर सरबजीत कौर जी। डॉक्टर सरबजीत जी तुहाडा स्वागत करते हैं। डॉक्टर सरबजीत, सब तो पहलां ते क्योंकि वेखो भावें बहुत सारे किते इहो जिहे आ जिहड़े पुरातन समय तो चल रहे हुंदे आ, अगलियां साड़ियां नवीं पीढ़ियां जिहड़ियां उन्हां नूं अगे लैके जांदियां ने, ते जिहड़ियां नवीं पीढ़ियां है असीं उन्हां नूं इह जरूर दसना हुंदा है कि इह किता की आ ते इहदे विच की कुछ जिहड़ा वा ओह छुपिया होया जी। उस पक्षों संयुक्त मच्छी पालन जिहड़ा है इह की किता है ते इहदी जिहड़ी आ की महत्ता तुसीं समझदे जे? पंजाब एक खेती प्रधान सूबा है ते खेतीबाड़ी नूं अगर असीं पंजाब दी रीढ़ दी हड्डी कह लईए तां इह कहना कुछ गलत नहीं होएगा। पर अगर अज असीं देखीए तां कुदरती या होर वधेरे कारणा करके ਜਿਹੜੀਆਂ ਘਟ ਰਹੀਆਂ ਜ਼ਮੀਨਾਂ ਤੇ ਪਾਣੀ ਦੇ ਪੱਧਰ ਅਤੇ ਲਾਗਤ ਦਰਾਂ ਵੀ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ, ਜਿਸ ਦੇ ਸਿੱਟੇ ਵਜੋਂ ਕਿਸਾਨ ਵੀਰਾਂ ਦਾ ਇਕੱਲੀ ਖੇਤੀਬਾੜੀ ਤੋਂ ਹੋਣ ਵਾਲੇ ਮੁਨਾਫੇ ਦੇ ਨਾਲ ਨਿਰਵਾਹ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਲੋੜ ਹੈ ਉਹਨਾਂ ਕਿੱਤਿਆਂ ਨੂੰ ਅਪਣਾਉਣ ਦੀ ਜਿਨ੍ਹਾਂ ਦਾ ਸੁਚੱਜਾ ਸੁਮੇਲ ਕਰਕੇ ਉਹ ਲਾਗਤ ਦਰਾਂ ਨੂੰ ਘਟਾ ਸਕਣ ਤੇ ਆਪਣੇ ਮੁਨਾਫੇ ਵਿੱਚ ਵਾਧਾ ਕਰ ਸਕਣ ਤੇ ਨਾਲ ਹੀ ਨਾਲ ਉਹ ਵਾਤਾਵਰਣ ਨੂੰ ਵੀ ਸਾਫ਼ ਰੱਖ ਸਕਣ। ਸੋ ਸਮੇਂ ਦੀ ਮੰਗ ਅਨੁਸਾਰ ਦੇਖਿਆ ਜਾਵੇ ਤਾਂ ਸੰਯੁਕਤ ਮੱਛੀ ਪਾਲਣ ਇੱਕ ਅਜਿਹਾ ਯੋਗ ਵਿਕਲਪ ਹੈ ਜਿਹੜਾ ਸਮੇਂ ਦੀ ਕਸੌਟੀ ਤੇ ਖਰਾ ਉਤਰਦਾ ਨਜ਼ਰ ਆ ਰਿਹਾ ਹੈ। ਕਿਸਾਨ ਵੀਰ ਖੇਤੀਬਾੜੀ ਦੇ ਨਾਲ ਹੋਰ ਸਹਾਇਕ ਧੰਦੇ ਜਿਵੇਂ ਕਿ ਮੱਛੀ ਪਾਲਣ, ਮੁਰਗੀ ਪਾਲਣ, ਬੱਤਖ ਪਾਲਣ, ਸੂਰ ਪਾਲਣ ਅਤੇ ਡੇਅਰੀ ਫਾਰਮਿੰਗ ਇਹੋ ਜਿਹੇ ਕਿੱਤਿਆਂ ਦੇ ਨਾਲ ਸੁਮੇਲ ਕਰਕੇ ਦੋਹਰਾ ਮੁਨਾਫਾ ਕਮਾ ਸਕਦੇ ਹਨ। ਮੱਛੀ ਪਾਲਣ ਕਿੱਤੇ ਦੀ ਗੱਲ ਕੀਤੀ ਜਾਏ ਤਾਂ ਇਹ ਇੱਕ ਅਜਿਹਾ ਕਿੱਤਾ ਹੈ ਜਿਸ ਨੂੰ ਬੜੀ ਹੀ ਆਸਾਨੀ ਦੇ ਨਾਲ ਕਿਸੇ ਵੀ ਪਸ਼ੂ ਪਾਲਣ ਅਤੇ ਹੋਰ ਖੇਤੀਬਾੜੀ ਕਿੱਤਿਆਂ ਨਾਲ ਜੋੜਿਆ ਜਾ ਸਕਦਾ ਹੈ। ਸੰਯੁਕਤ ਮੱਛੀ ਪਾਲਣ ਜਦੋਂ ਅਸੀਂ ਮੱਛੀ ਪਾਲਣ ਕਿੱਤੇ ਦਾ ਇੱਕ ਜਾਂ ਇੱਕ ਤੋਂ ਵਧੇਰੇ ਕਿੱਤਿਆਂ ਦੇ ਨਾਲ ਸੁਮੇਲ ਕਰਦੇ ਹਾਂ ਤਾਂ ਉਸ ਨੂੰ ਹੀ ਅਸੀਂ ਸੰਯੁਕਤ ਮੱਛੀ ਪਾਲਣ ਕਹਿੰਦੇ ਹਾਂ ਜੀ। ਮੱਛੀ ਪਾਲਣ ਕਿੱਤੇ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਤਕਰੀਬਨ 60% ਤੋਂ ਵੱਧ ਜਿਹੜਾ ਖਰਚਾ ਹੈ ਉਹ ਮੱਛੀ ਦੀ ਖੁਰਾਕ ਦੇ ਉੱਤੇ ਆਉਂਦਾ ਹੈ। ਸੰਯੁਕਤ ਮੱਛੀ ਪਾਲਣ ਪ੍ਰਣਾਲੀ ਨੂੰ ਅਪਣਾ ਕੇ ਕਿਸਾਨ ਵੀਰ ਉਹ ਪਸ਼ੂ ਪਾਲਣ ਕਿੱਤਿਆਂ ਵਿੱਚ ਪੈਦਾ ਹੋਣ ਵਾਲੀ ਜਿਹੜੀ ਜੈਵਿਕ ਰਹਿੰਦ ਖੂੰਹਦ ਹੈ ਉਹਨੂੰ ਮੱਛੀ ਦੇ ਤਲਾਅ ਦੇ ਵਿੱਚ ਖਾਦ ਤੇ ਖੁਰਾਕ ਦੇ ਤੌਰ ਤੇ ਵਰਤ ਕੇ ਉਹ ਜਿਹੜੀਆਂ ਇਹ ਖੁਰਾਕ ਤੇ ਖਾਦਾਂ ਤੇ ਹੋਣ ਵਾਲੀਆਂ ਲਾਗਤ ਦਰਾਂ ਨੇ ਉਹਦੇ ਵਿੱਚ ਘਟਾ ਕਰਕੇ ਆਪਣਾ ਆਰਥਿਕ ਮੁਨਾਫਾ ਵਧਾ ਸਕਦੇ ਹਨ ਤੇ ਇਸ ਦੇ ਨਾਲ ਹੀ ਉਹ ਇਸ ਜੈਵਿਕ ਰਹਿੰਦ ਖੂੰਹਦ ਦਾ ਸੁਚੱਜਾ ਨਿਪਟਾਰਾ ਕਰਕੇ ਵਾਤਾਵਰਣ ਨੂੰ ਵੀ ਸਾਫ਼ ਰੱਖ ਸਕਦੇ ਹਨ। ਡਾਕਟਰ ਸਾਹਿਬ ਜੀ, ਜਿਵੇਂ ਤੁਸੀਂ ਦੱਸਿਆ ਕਿ ਆਪਾਂ ਇਹਦੇ 'ਚ ਸੁਮੇਲ ਕਰ ਸਕਦੇ ਹਾਂ ਮੱਛੀ ਪਾਲਣ ਦਾ ਜੀ, ਉਸ ਤੋਂ ਬਾਅਦ ਪਸ਼ੂ ਪਾਲਣ ਦਾ ਤੇ ਖੇਤੀਬਾੜੀ ਦਾ ਜੀ। ਹੁਣ ਆਪਾਂ ਅਲੱਗ-ਅਲੱਗ ਤੌਰ ਤੇ ਉੱਤੇ ਜਿਹੜਾ ਇਹਨਾਂ ਨੂੰ ਵਿਚਾਰਦੇ ਹਾਂ ਗੱਲ ਨੂੰ। ਜਦੋਂ ਅਸੀਂ ਸੰਯੁਕਤ ਮੱਛੀ ਪਾਲਣ ਦੇ ਵਿੱਚ ਪਸ਼ੂ ਪਾਲਣ ਕਿੱਤਿਆਂ ਨੂੰ ਜੋੜਦੇ ਹਾਂ, ਕਿਹੜੇ-ਕਿਹੜੇ ਕਿੱਤੇ ਜੋੜੇ ਜਾ ਸਕਦੇ ਆ ਤੇ ਕਿਸ ਤਰੀਕੇ ਨਾਲ ਅਸੀਂ ਉਹਨਾਂ ਦਾ ਜੁੜਾਅ ਕਰਨਾ ਤਾਂ ਕਿ ਸਾਡਾ ਕਿਸਾਨ ਵੀਰ ਉਹਦੀਆਂ ਖਰਚੇ ਦੀਆਂ ਲਾਗਤਾਂ ਘਟਣ ਤੇ ਮੁਨਾਫਾ ਵਧੇ ਤੇ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਵਾਤਾਵਰਨ ਜਿਹੜੀ ਆ ਉਹਦੀ ਬਿਹਤਰੀ ਵਾਸਤੇ ਵੀ ਜਿਹੜੇ ਉਪਰਾਲੇ ਸਾਡੇ ਕੁਝ ਲੁਕੇ ਹੋਏ ਨੇ। ਸੰਯੁਕਤ ਮੱਛੀ ਪਾਲਣ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਅਸੀਂ ਵੱਖ-ਵੱਖ ਪਸ਼ੂ ਪਾਲਣ ਕਿੱਤਿਆਂ ਦੇ ਨਾਲ ਇਹਦਾ ਜਿਹੜਾ ਸੁਚੱਜਾ ਸੁਮੇਲ ਕਰਕੇ ਆਰਥਿਕ ਮੁਨਾਫਾ ਕਮਾ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਅਸੀਂ ਮੱਛੀ ਪਾਲਣ ਦੇ ਕਿੱਤੇ ਨੂੰ ਡੇਅਰੀ ਫਾਰਮਿੰਗ ਦੇ ਨਾਲ ਜੋੜ ਸਕਦੇ ਹਾਂ। 1 ਹੈਕਟੇਅਰ ਦੇ ਰਕਬੇ ਦੇ ਜਿਹੜੇ ਮੱਛੀ ਦੇ ਤਲਾਅ ਦੀ ਖਾਦਾਂ ਦੀ ਪੂਰਤੀ ਲਈ ਅਸੀਂ 2 ਤੋਂ 3 ਮੱਝਾਂ ਗਾਵਾਂ ਦਾ ਸ਼ੈੱਡ ਜਿਹੜਾ ਹੈ ਉਹ ਮੱਛੀ ਦੇ ਤਲਾਅ ਦੇ ਨੇੜੇ ਬਣਾ ਸਕਦੇ ਹਾਂ ਤੇ ਉਹਨਾਂ ਦੀ ਜਿਹੜੀ ਜੈਵਿਕ ਰਹਿੰਦ ਖੂੰਹਦ ਗੋਹਾ ਮਲ ਮੂਤਰ ਜਿਸ ਨੂੰ ਅਸੀਂ ਕਹਿੰਦੇ ਹਾਂ ਉਹਨੂੰ ਮੱਛੀ ਦੇ ਤਲਾਅ ਦੇ ਵਿੱਚ ਖਾਦ ਦੇ ਤੌਰ ਤੇ ਵਰਤ ਕੇ ਤਕਰੀਬਨ ਅਸੀਂ 40 ਤੋਂ 50% ਤੱਕ ਜਿਹੜੀਆਂ ਸਾਡੀਆਂ ਲਾਗਤ ਦਰਾਂ ਨੇ ਉਹਨਾਂ ਦੇ ਵਿੱਚ ਅਸੀਂ ਬੱਚਤ ਕਰ ਸਕਦੇ ਹਾਂ। ਜਦੋਂ ਅਸੀਂ ਮੱਝਾਂ ਗਾਵਾਂ ਦਾ ਸ਼ੈੱਡ ਮੱਛੀ ਦੇ ਤਲਾਅ ਦੇ ਨੇੜੇ ਬਣਾਉਂਦੇ ਹਾਂ ਤਾਂ ਉਸਦਾ ਸਾਨੂੰ ਇੱਕ ਫਾਇਦਾ ਹੁੰਦਾ ਹੈ ਕਿ ਸਾਨੂੰ ਜਿਹੜੀ ਜੈਵਿਕ ਰਹਿੰਦ ਖੂੰਹਦ ਹੈ ਉਹ ਸਿੱਧਾ ਤਲਾਅ ਦੇ ਵਿੱਚ ਜਾਂਦੀ ਹੈ ਤੇ ਫਾਲਤੂ ਜਿਹੜੀ ਢੋਆ ਢਵਾਈ ਤੇ ਹੋਣ ਵਾਲਾ ਖਰਚਾ ਹੈ ਅਸੀਂ ਉਸ ਤੋਂ ਵੀ ਬਚ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਮੱਛੀ ਪਾਲਣ ਨੂੰ ਮੁਰਗੀ ਪਾਲਣ ਦੇ ਨਾਲ ਵੀ ਇਸ ਦਾ ਸੁਮੇਲ ਕਰ ਸਕਦੇ ਹਾਂ।
1 ਹੈਕਟੇਅਰ ਰਕਬੇ ਦੇ ਲਈ ਅਸੀਂ 400 ਤੋਂ 500 ਮੁਰਗੀਆਂ ਦਾ ਜਿਹੜਾ ਸ਼ੈੱਡ ਹੈ ਉਹ ਮੱਛੀ ਦੇ ਤਲਾਅ ਦੇ ਕੰਢੇ ਦੇ ਉੱਤੇ ਵੀ ਬਣਾ ਸਕਦੇ ਹਾਂ, ਜਾਂ ਫਿਰ ਅਸੀਂ ਮੱਛੀ ਦੇ ਤਲਾਅ ਦੇ ਉੱਤੇ ਵੀ ਬਣਾਇਆ ਜਾ ਸਕਦਾ ਹੈ, ਜਿਸ ਦੇ ਲਈ ਕਿ ਸਾਨੂੰ ਵੱਖਰੇ ਤੌਰ ਤੇ ਜ਼ਮੀਨ ਦੀ ਜ਼ਰੂਰਤ ਨਹੀਂ ਪਏਗੀ। ਸੋ ਇਸ ਤਰ੍ਹਾਂ ਅਸੀਂ ਜਿਹੜੇ ਮੁਰਗੀਆਂ ਦੀਆਂ ਬਿੱਠਾਂ ਨੇ ਉਹਨਾਂ ਨੂੰ ਮੱਛੀ ਤਲਾਅ ਦੇ ਵਿੱਚ ਖਾਦ ਦੇ ਤੌਰ ਤੇ ਵਰਤ ਕੇ ਤਕਰੀਬਨ ਅਸੀਂ 50 ਤੋਂ 60% ਤੱਕ ਜਿਹੜੀਆਂ ਲਾਗਤ ਦਰਾਂ ਨੇ ਉਹਦੇ ਵਿੱਚ ਅਸੀਂ ਬੱਚਤ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਗਰ ਅਸੀਂ ਮੁਰਗੀਆਂ ਦਾ ਜਿਹੜਾ ਸ਼ੈੱਡ ਹੈ ਉਹ ਮੱਛੀ ਤਲਾਅ ਦੇ ਉੱਪਰ ਹੀ ਬਣਾਉਂਦੇ ਹਾਂ ਤਾਂ ਉਹ ਜਿਹੜੀਆਂ ਮੁਰਗੀਆਂ ਨੇ ਉਹਨਾਂ ਨੂੰ ਬਿਮਾਰੀਆਂ ਦਾ ਜਿਹੜਾ ਲੱਗਣ ਦਾ ਖਤਰਾ ਹੈ ਉਹ ਵੀ ਕਾਫੀ ਹੱਦ ਤੱਕ ਘਟ ਜਾਂਦਾ ਹੈ, ਜਿਸ ਦੇ ਨਾਲ ਕਿ ਅਸੀਂ ਬਿਮਾਰੀਆਂ ਦੀ ਰੋਕਥਾਮ ਤੇ ਹੋਣ ਵਾਲੇ ਜਿਹੜੇ ਖਰਚ ਨੇ ਉਹਦੇ ਵਿੱਚ ਵੀ ਅਸੀਂ ਆਪਣੀ ਕਟੌਤੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਤਾਂ ਮੱਛੀ ਪਾਲਣ ਨੂੰ ਸੂਰ ਪਾਲਣ ਦੇ ਨਾਲ ਵੀ ਜੋੜਿਆ ਜਾ ਸਕਦਾ ਹੈ। ਜਿਵੇਂ ਕਿ ਪੰਜਾਬ ਦੇ ਵਿੱਚ ਅੱਜ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਸੂਰ ਪਾਲਣ ਨੂੰ ਕਾਫੀ ਵਪਾਰਕ ਪੱਧਰ ਤੌਰ ਤੇ ਕਰ ਰਹੇ ਹਨ ਜੀ। ਜੇਕਰ ਉਹ ਸੂਰ ਪਾਲਣ ਦੇ ਨਾਲ ਨਾਲ ਉਹ ਮੱਛੀ ਪਾਲਣ ਦਾ ਕਿੱਤਾ ਵੀ ਅਪਣਾਉਣ ਤਾਂ ਇਸ ਤੋਂ ਉਹ ਦੋਹਰਾ ਮੁਨਾਫਾ ਕਮਾ ਸਕਦੇ ਹਨ, ਕਿਉਂਕਿ ਜਿਹੜੀ ਸੂਰਾਂ ਦੀ ਜੈਵਿਕ ਰਹਿੰਦ ਖੂੰਹਦ ਹੁੰਦੀ ਹੈ, ਸੂਰਾਂ ਦਾ ਜਿਹੜਾ ਗੋਹਾ ਹੁੰਦਾ ਹੈ ਉਹ ਮੱਛੀ ਤਲਾਅ ਲਈ ਇੱਕ ਬਹੁਤ ਹੀ ਲਾਭਦਾਇਕ ਖਾਦ ਹੁੰਦੀ ਹੈ ਤੇ ਨਾਲ ਦੀ ਨਾਲ ਉਹਦੇ ਵਿੱਚ ਕਾਫੀ ਅਣਪਚੇ ਤੱਤ ਹੁੰਦੇ ਹਨ ਜਿਸ ਨੂੰ ਮੱਛੀ ਆਪਣੀ ਖੁਰਾਕ ਦੇ ਤੌਰ ਤੇ ਵੀ ਵਰਤ ਸਕਦੀ ਹੈ। ਸੋ ਇਸ ਲਈ ਜਿਹੜੀ ਸੂਰਾਂ ਦੀ ਜੈਵਿਕ ਰਹਿੰਦ ਖੂੰਹਦ ਆ ਉਹ ਮੱਛੀ ਤਲਾਅ ਦੇ ਵਿੱਚ ਖਾਦ ਤੇ ਖੁਰਾਕ ਦੇ ਤੌਰ ਤੇ ਵਰਤ ਕੇ ਤਕਰੀਬਨ 60% ਤੋਂ ਜ਼ਿਆਦਾ ਜਿਹੜੀਆਂ ਅਸੀਂ ਲਾਗਤ ਦਰਾਂ ਨੇ ਉਹਨਾਂ ਨੂੰ ਅਸੀਂ ਬਚਾ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਸਾਲ ਦੇ ਵਿੱਚ ਮੱਛੀ ਦੀ ਇੱਕ ਫਸਲ ਦੇ ਨਾਲ ਨਾਲ ਸੂਰਾਂ ਦੀਆਂ 2 ਫਸਲਾਂ ਅਸੀਂ ਲੈ ਸਕਦੇ ਹਾਂ, ਕਿਉਂਕਿ ਸੂਰ 6 ਮਹੀਨੇ ਵਿੱਚ ਪਲ ਕੇ ਵੇਚਣਯੋਗ ਤਿਆਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਇੱਕ ਹੋਰ ਪਸ਼ੂ ਪਾਲਣ ਕਿੱਤਾ ਮੱਛੀ ਅਤੇ ਬੱਤਖ ਪਾਲਣ ਦਾ ਸੁਮੇਲ ਹੈ, ਜਿਹੜਾ ਕਿ ਸਾਡੇ ਛੋਟੇ ਪੱਧਰ ਦੇ ਕਿਸਾਨ ਵੀਰ ਨੇ ਬੜੀ ਹੀ ਆਸਾਨੀ ਦੇ ਨਾਲ ਇਸ ਕਿੱਤੇ ਨੂੰ ਅਪਣਾ ਸਕਦੇ ਹਨ। ਸੋ 1 ਹੈਕਟੇਅਰ ਰਕਬੇ ਦੇ ਲਈ ਤਕਰੀਬਨ 200 ਤੋਂ 300 ਬੱਤਕਾਂ ਦਾ ਸ਼ੈੱਡ ਜਿਹੜਾ ਹੈ ਉਹ ਮੱਛੀ ਦੇ ਤਲਾਅ ਦੇ ਕੰਢੇ ਦੇ ਉੱਤੇ ਜਾਂ ਉੱਪਰ ਹੀ ਬਣਾਇਆ ਜਾ ਸਕਦਾ ਹੈ ਤੇ ਜਿਹੜੀਆਂ ਬੱਤਕਾਂ ਦੀਆਂ ਬਿੱਠਾਂ ਨੇ ਉਹਨਾਂ ਨੂੰ ਅਸੀਂ ਤਲਾਅ ਦੇ ਵਿੱਚ ਖਾਦ ਦੇ ਤੌਰ ਤੇ ਵਰਤ ਕੇ ਤਕਰੀਬਨ 50 ਤੋਂ 60% ਜਿਹੜੀਆਂ ਲਾਗਤ ਦਰਾਂ ਨੇ ਉਹ ਘਟਾ ਸਕਦੇ ਹਾਂ। ਪਰ ਜਦੋਂ ਅਸੀਂ ਮੱਛੀ ਤੇ ਬੱਤਖ ਪਾਲਣ ਦਾ ਸੁਮੇਲ ਕਰਦੇ ਹਾਂ ਤਾਂ ਕੁਝ ਖਾਸ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਸਾਨੂੰ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜਾ ਮੱਛੀ ਦਾ ਪੂੰਗ ਅਸੀਂ ਤਲਾਅ ਦੇ ਵਿੱਚ ਪਾਣਾ ਹੈ ਉਹਦਾ ਜਿਹੜਾ ਸਾਈਜ਼ ਹੈ ਉਹ 5 ਸੈਂਟੀਮੀਟਰ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ। ਅਗਰ ਉਹ 5 ਸੈਂਟੀਮੀਟਰ ਤੋਂ ਘੱਟ ਹੋਏਗਾ ਤਾਂ ਹੋ ਸਕਦਾ ਬੱਤਖ ਉਹਦਾ ਸ਼ਿਕਾਰ ਕਰ ਸਕਦੀ ਹੈ, ਜਿਸ ਦੇ ਨਾਲ ਕਿ ਮੱਛੀ ਦੀ ਜਿਹੜੀ ਉਹ ਮੌਤ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹਦੀਆਂ ਕੁਝ ਵਿਸ਼ੇਸ਼ਤਾਵਾਂ ਵੀ ਨੇ ਖਾਸ ਤੌਰ ਤੇ, ਜਿਵੇਂ ਕਿ ਜਦੋਂ ਬੱਤਕਾਂ ਪਾਣੀ ਦੇ ਵਿੱਚ ਤੈਰਦੀਆਂ ਹਨ ਤੇ ਉਹ ਆਪਣੀ ਖੰਭਾਂ ਦੀ ਹਲਚਲ ਦੇ ਨਾਲ ਪਾਣੀ ਦੇ ਵਿੱਚ ਜਿਹੜੀ ਘੁਲੀ ਹੋਈ ਆਕਸੀਜਨ ਹੈ ਉਹਦਾ ਪੱਧਰ ਵੀ ਉੱਚਾ ਚੁੱਕਦੀਆਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੱਛੀ ਨੇ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਹੀ ਵਰਤਣੀ ਹੁੰਦੀ ਹੈ। ਤੋ ਇਸ ਤੋਂ ਇਲਾਵਾ ਇਹ ਹੈ ਕਿ ਇਹ ਜਿਹੜੀਆਂ ਬੱਤਕਾਂ ਨੇ ਪਾਣੀ ਵਿੱਚ ਪੈਦਾ ਹੋਣ ਵਾਲੇ ਨਦੀਨ ਤੇ ਮੱਛੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਜਿਹੜੇ ਕੀੜੇ ਨੇ ਇਹ ਉਹਨਾਂ ਨੂੰ ਵੀ ਖਾ ਜਾਂਦੀਆਂ ਹਨ। ਸੋ ਇਸ ਤਰ੍ਹਾਂ ਅਸੀਂ ਇਹਨਾਂ ਨਦੀਨਾਂ ਤੇ ਕੀੜਿਆਂ ਦੀ ਰੋਕਥਾਮ ਤੇ ਹੋਣ ਵਾਲੇ ਖਰਚੇ ਤੋਂ ਵੀ ਅਸੀਂ ਇਹ ਬਚਤ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਇਹ ਵੱਖ-ਵੱਖ ਤਰ੍ਹਾਂ ਦੇ ਪਸ਼ੂ ਪਾਲਣ ਕਿੱਤੇ ਹਨ ਜਿਨ੍ਹਾਂ ਦੇ ਨਾਲ ਮੱਛੀ ਪਾਲਣ ਨੂੰ ਬੜੀ ਹੀ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ। ਯਾਨੀ ਕਿਸਾਨ ਵੀਰੋ, ਜੇ ਅਸੀਂ ਸੁਮੇਲ ਕਰੀਏ, ਮਾਹਰਾਂ ਦੀਆਂ ਰਾਵਾਂ ਲੈ ਕੇ ਉਹਨਾਂ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਅਸੀਂ ਚੱਲੀਏ ਤਾਂ ਕੋਈ ਇਹਦੇ ਵਿੱਚ ਦਿੱਕਤ ਨਹੀਂ ਕਿ ਅਸੀਂ ਆਪਣੇ ਮੁਨਾਫੇ ਨੂੰ ਨਾ ਵਧਾ ਸਕੀਏ। ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਸਾਡਾ ਕਿਸਾਨ ਵੀਰ ਉੱਦਮ ਕਰਨ ਤੋਂ ਜਿਹੜਾ ਨਾ ਉਹ ਭੱਜਣਾ ਸ਼ੁਰੂ ਕਰ ਦਿੰਦਾ ਕਿ ਚਲੋ ਝੋਨਾ ਲਾਇਆ, ਚਲੋ ਕਣਕ ਬੀਜੀ ਤੇ ਮੁੜ ਕੇ ਜਿੰਨੇ ਕੁ ਪਾਣੀਆਂ ਦੀ ਲੋੜ ਆ ਉਸ ਤੋਂ ਬਾਅਦ ਠੀਕ ਹੀ ਚੱਲੀ ਜਾਂਦਾ ਕੰਮ। ਜੇ ਅਸੀਂ ਮਿਹਨਤ ਕਰੀਏ, ਇਹਨਾਂ ਕਿੱਤਿਆਂ ਦੇ ਸੁਮੇਲ ਕਰਕੇ ਅਪਣਾਈਏ ਤਾਂ ਵੇਖੋ, ਇੱਕ ਤਾਂ ਜਿੱਥੇ ਤੁਹਾਨੂੰ ਬਹੁਤ ਸਾਰੇ ਮਾਮਲਿਆਂ ਦੇ ਪੌਸ਼ਟਿਕ ਖੁਰਾਕ ਮਿਲੂਗੀ ਤੁਹਾਡੇ ਪਰਿਵਾਰ ਵਾਸਤੇ, ਬੱਚਿਆਂ ਵਾਸਤੇ, ਤੇ ਉਹਦੇ ਨਾਲ ਦੇ ਨਾਲ ਇਹ ਆ ਵੀ ਤੁਹਾਡੀ ਆਮਦਨ ਵਿੱਚ ਵੀ ਵਾਧਾ ਹੋਊਗਾ। ਇਸ ਕਰਕੇ ਸਾਨੂੰ ਇਹ ਯਤਨ ਜਿਹੜੇ ਆ ਇਹਨਾਂ ਵਾਲੇ ਪਾਸੇ ਅੱਗੇ ਵਧਣਾ ਚਾਹੀਦਾ ਤਾਂ ਕਿ ਅਸੀਂ ਜ਼ਿਆਦਾ ਬਿਹਤਰ ਤਰੀਕੇ ਨਾਲ ਆਪਣੀ ਕਿਸਾਨੀ ਨੂੰ ਜਿਹੜਾ ਉਹ ਚਲਾ ਸਕੀਏ। ਡਾਕਟਰ ਸਰਬਜੀਤ, ਜਿਵੇਂ ਤੁਸੀਂ ਦੱਸਿਆ, ਤੁਸੀਂ ਬੱਤਕਾਂ ਦੇ ਤੁਹਾਡੇ ਅਸੀਂ ਵੇਖ ਵੀ ਰਹੇ ਇੱਥੇ ਕਿ ਤੁਸੀਂ ਪਾਲੀਆਂ ਹੋਈਆਂ, ਸ਼ਾਇਦ ਇਸੇ ਢੰਗ ਦੇ ਨਾਲ ਜਿਹੜਾ ਇਹਨਾਂ ਨੂੰ ਪਾਲਿਆ ਜਾ ਰਿਹਾ ਜੀ। ਤੇ ਹੁਣ ਜਦੋਂ ਗੱਲ ਆ ਜਾਂਦੀ ਆ ਕਿ ਆਪਾਂ ਮੱਛੀ ਪਾਲਣ ਨੂੰ ਖੇਤੀਬਾੜੀ ਦੇ ਜਿਹੜੇ ਉਹ ਕਿਹੜੇ ਢੰਗਾਂ ਦੇ ਨਾਲ ਮਿਲਾ ਸਕਦੇ ਹਾਂ, ਉਹਨਾਂ ਦਾ ਸੁਮੇਲ ਆਪਾਂ ਕਿਵੇਂ ਕਰ ਸਕਦੇ ਹਾਂ ਤਾਂ ਕਿ ਕਈ ਸਾਡੇ ਕਿਸਾਨ ਵੀ ਜਿਹੜੇ ਜ਼ਿਆਦਾ ਖੇਤੀ ਦੇ ਵਿੱਚ ਜਿਹੜਾ ਰੁਚੀਕਰ ਹੁੰਦੇ ਨੇ ਤੇ ਉਸੇ ਤਰੀਕੇ ਨਾਲ, ਜਾਂ ਉਹਨਾਂ ਦਾ ਪਹਿਲਾਂ ਖੇਤੀ ਦਾ ਪਿਤਾ ਪੁਰਖੀ ਕਿੱਤਾ ਤੇ ਚੱਲ ਹੀ ਰਿਹਾ ਕਿ ਆਪਾਂ ਉੱਥੇ ਜਿਹੜਾ ਇਹਨੂੰ ਕਿਵੇਂ ਜੋੜ ਸਕਦੇ ਹਾਂ ਜੀ। ਸੋ ਮੱਛੀ ਪਾਲਣ ਨੂੰ ਖੇਤੀਬਾੜੀ ਨਾਲ ਵੀ ਬੜੀ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ। ਜਿਵੇਂ ਫਸਲਾਂ ਦੇ ਵਾਧੇ ਵਿਕਾਸ ਲਈ ਸਾਨੂੰ ਪਤਾ ਹੈ ਕਿ ਨਾਈਟ੍ਰੋਜਨ
ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਤੱਤ ਜਿਹੜੇ ਜ਼ਰੂਰੀ ਚਾਹੀਦੇ ਹੁੰਦੇ ਹਨ। ਮੱਛੀ ਦੇ ਤਲਾਅ ਦੇ ਵਿੱਚ ਜਿਹੜਾ ਪਾਣੀ ਅਗਰ ਉਹਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਸਾਰੇ ਤੱਤ ਜਿਹੜੇ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ। ਸੋ ਅਸੀਂ ਮੱਛੀ ਤਲਾਅ ਦਾ ਪਾਣੀ ਹੈ ਖੇਤੀਬਾੜੀ ਦੇ ਵਿੱਚ ਸਿੰਚਾਈ ਲਈ ਵਰਤ ਕੇ ਜਿਹੜੀਆਂ ਅਸੀਂ ਖੇਤੀਬਾੜੀ ਦੀਆਂ ਫਸਲਾਂ ਲਈ ਹੋਣ ਵਾਲੀ ਖਾਦਾਂ ਤੇ ਰਸਾਇਣਾਂ ਦੀ ਵਰਤੋਂ ਹੈ ਉਹਨੂੰ ਤਕਰੀਬਨ ਅਸੀਂ 50 ਤੋਂ 100% ਤੱਕ ਉਹਦੀ ਜਿਹੜੀ ਬਚਤ ਹੈ ਉਹ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਬਾਗਬਾਨੀ ਦੇ ਨਾਲ ਵੀ ਮੱਛੀ ਪਾਲਣ ਦਾ ਜਿਹੜਾ ਧੰਦਾ ਹੈ ਉਸ ਦਾ ਸੁਮੇਲ ਕਰ ਸਕਦੇ ਹਾਂ। ਜਿਵੇਂ ਵੱਖ-ਵੱਖ ਤਰ੍ਹਾਂ ਦੀਆਂ ਫਲ, ਫੁੱਲ ਤੇ ਸਬਜ਼ੀਆਂ ਨੇ, ਉਹਨਾਂ ਨੂੰ ਮੱਛੀ ਤਲਾਅ ਦੇ ਕੰਢੇ ਜਿਹਨੂੰ ਅਸੀਂ ਡਾਈਕ ਕਹਿੰਦੇ ਆ ਉਹਦੇ ਤੇ ਉਗਾ ਕੇ ਵੀ ਅਸੀਂ ਉਸ ਜਿਹੜੀ ਜ਼ਮੀਨ ਆ ਉਹਦੀ ਵਰਤੋਂ ਕਰਕੇ ਵੀ ਮੁਨਾਫਾ ਲੈ ਸਕਦੇ ਹਾਂ। ਜਿਵੇਂ ਫੁੱਲਾਂ ਦੀ ਗੱਲ ਕਰੀਏ ਅਗਰ ਅਸੀਂ, ਜਿਵੇਂ ਗੇਂਦਾ, ਗਲੈਡੀਓਲਸ, ਗੁਲਾਬ, ਇਹਨਾਂ ਦੀ ਜਿਹੜੀ ਕਾਸ਼ਤ ਹੈ ਉਹ ਬੜੀ ਆਸਾਨੀ ਨਾਲ ਮੱਛੀ ਤਲਾਅ ਦੇ ਕੰਢੇ ਦੇ ਉੱਤੇ ਕੀਤੀ ਜਾ ਸਕਦੀ ਹੈ। ਫਲਾਂ ਦੀ ਅਗਰ ਗੱਲ ਕੀਤੀ ਜਾਏ ਤਾਂ ਜਿਵੇਂ ਲੀਚੀ, ਕੇਲਾ, ਪਪੀਤਾ, ਇਹ ਜਿਹੜੇ ਫਲ ਨੇ ਇਹਨਾਂ ਨੂੰ ਅਸੀਂ ਕੰਢੇ ਤੇ ਉਗਾ ਸਕਦੇ ਹਾਂ। ਸਬਜ਼ੀਆਂ ਜਿੱਦਾਂ ਕਿ ਕੱਦੂ, ਘੀਆ, ਤੋਰੀਆਂ, ਬੈਂਗਣ, ਮੂਲੀ, ਗਾਜਰ, ਇਹੋ ਜਿਹੀਆਂ ਜਿਹੜੀਆਂ ਸਬਜ਼ੀਆਂ ਨੇ ਜਿਨ੍ਹਾਂ ਨੂੰ ਅਸੀਂ ਬੜੀ ਆਸਾਨੀ ਨਾਲ ਮੱਛੀ ਤਲਾਅ ਦੇ ਕੰਢੇ ਦੇ ਉੱਤੇ ਉਗਾ ਸਕਦੇ ਹਾਂ। ਸੋ ਇਹਦੇ ਫਾਇਦੇ ਸਾਨੂੰ ਇਹ ਨੇ ਕਿ ਇੱਕ ਤਾਂ ਸਾਨੂੰ ਵੱਖਰੇ ਤੌਰ 'ਤੇ ਜ਼ਮੀਨ ਦੀ ਜ਼ਰੂਰਤ ਨਹੀਂ ਪਏਗੀ। ਇਸ ਤੋਂ ਇਲਾਵਾ ਅਸੀਂ ਜਿਹੜਾ ਮੱਛੀ ਤਲਾਅ ਦਾ ਪਾਣੀ ਹੈ ਉਸ ਨੂੰ ਹੀ ਇਹਦੀ ਜਿਹੜੀ ਸਿੰਚਾਈ ਲਈ ਵਰਤ ਕੇ ਅਸੀਂ ਇਹਨਾਂ ਤੇ ਹੋਰ ਹੋਣ ਵਾਲੇ ਜਿਹੜੇ ਖਾਦਾਂ ਦੇ ਖਰਚੇ ਨੇ ਉਹਨਾਂ ਦੀ ਅਸੀਂ ਬੱਚਤ ਕਰ ਸਕਦੇ ਹਾਂ। ਤੇ ਸਭ ਤੋਂ ਮਹੱਤਵਪੂਰਨ ਅਗਰ ਇਸ ਚੀਜ਼ ਦੀ ਗੱਲ ਦੇਖੀ ਜਾਏ ਤਾਂ ਇਹ ਹੈ ਕਿ ਸਾਨੂੰ ਆਪਣੇ ਘਰ ਵਿੱਚ ਖਾਣ ਲਈ ਵੀ ਆਰਗੈਨਿਕ ਫਲ ਤੇ ਸਬਜ਼ੀਆਂ ਸਾਨੂੰ ਮਿਲਣਗੀਆਂ। ਤੇ ਨਾਲ ਹੀ ਨਾਲ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਇਹਨਾਂ ਆਰਗੈਨਿਕ ਫਲ ਤੇ ਸਬਜ਼ੀਆਂ ਨੂੰ ਮਾਰਕੀਟ ਦੇ ਵਿੱਚ ਵੀ ਅਸੀਂ ਚੰਗੇ ਜਿਹੜੇ ਰੇਟ ਤੇ ਅਗਰ ਵਿਕਰੀ ਕਰਾਂਗੇ ਤਾਂ ਅਸੀਂ ਉਸ ਤਰ੍ਹਾਂ ਵੀ ਇਹਨਾਂ ਦਾ ਚੰਗਾ ਮੁਨਾਫਾ ਇਸ ਚੀਜ਼ ਤੋਂ ਕਮਾ ਸਕਦੇ ਹਾਂ। ਡਾਕਟਰ ਸਰਬਜੀਤ, ਵੇਖੋ ਗੱਲਬਾਤ ਕਰਦੇ ਹਾਂ, ਬੜਾ ਸੋਹਣਾ ਲੱਗ ਰਿਹਾ ਕਿ ਅਸੀਂ ਫੁੱਲਾਂ ਦੀ ਕਾਸ਼ਤ ਵੀ ਕਰੀਏ, ਅਸੀਂ ਸਬਜ਼ੀਆਂ ਦੀ ਕਾਸ਼ਤ ਵੀ ਕਰੀਏ। ਤੇ ਮੈਨੂੰ ਲੱਗਦਾ ਕਿ ਜੇ ਕਿਸਾਨ ਵੀਰ ਇਸ ਤਰੀਕੇ ਦਾ ਜਿਹੜਾ ਉਪਰਾਲਾ ਕਰਨ ਤਾਂ ਬੜਾ ਸੁਚੱਜਾ ਉਪਰਾਲਾ ਹੋਏਗਾ ਜੀ, ਕਿਉਂਕਿ ਇੱਕ ਤੇਰੀ ਨਾਲ ਸਾਡੀ ਫਾਰਮਾਂ ਦੀ ਖੂਬਸੂਰਤੀ ਵਧੇਗੀ ਤੇ ਦੂਸਰਾ ਜਦੋਂ ਸਾਰਾ ਕੁਝ ਸਾਡੇ ਕੋਲ ਆਪਣਾ ਹੋਊਗਾ ਤੇ ਸਾਨੂੰ ਹੋ ਸਕਦਾ ਬਾਜ਼ਾਰ ਤੋਂ ਜਾਂ ਆਪਾਂ ਜੇ ਕਹੀਏ ਤੇ ਕੀਟਨਾਸ਼ਕਾਂ ਦੇ ਪ੍ਰਯੋਗ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਵਰਤਣ ਤੋਂ ਵੀ ਅਸੀਂ ਥੋੜਾ ਜਿਹੜਾ ਉਹ ਬਚ ਸਕੀਏ ਜੀ। ਡਾਕਟਰ ਸਾਹਿਬ ਜੀ, ਜਿਵੇਂ ਤੁਸੀਂ ਗੱਲ ਕੀਤੀ, ਆਪਾਂ ਪਸ਼ੂ ਪਾਲਣ ਕਿੱਤਿਆਂ ਸੰਬੰਧੀ ਵੀ ਗੱਲ ਕੀਤੀ, ਖੇਤੀਬਾੜੀ ਸੰਬੰਧੀ ਵੀ ਗੱਲ ਕੀਤੀ, ਆਪਾਂ ਸਮੁੱਚੇ ਤੌਰ ਤੇ ਜਿਹੜਾ ਉਹ ਜੇ ਸੰਯੁਕਤ ਮੱਛੀ ਪਾਲਣ ਜਿਹੜਾ ਉਹਨੂੰ ਸੋਚੀਏ ਤਾਂ ਫਿਰ ਉਹ ਕਿਹੜੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਕਿ ਸਮੁੱਚੇ ਤੌਰ ਤੇ ਅਸੀਂ ਸੰਯੁਕਤ ਮੱਛੀ ਪਾਲਣ ਦੇ ਵਿੱਚੋਂ ਕੀ ਕੱਢ ਸਕਦੇ ਹਾਂ? ਅਗਰ ਸਮੁੱਚੇ ਤੌਰ ਤੇ ਅਸੀਂ ਸੰਯੁਕਤ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਇਹਦੀ ਵਿਸ਼ੇਸ਼ਤਾ ਇਹੀ ਹੈ ਕਿ ਅਸੀਂ ਪ੍ਰਤੀ ਇਕਾਈ ਜਿਹੜੀ ਉਤਪਾਦਕਤਾ ਹੈ ਉਸ ਦੇ ਵਿੱਚ ਵਾਧਾ ਕਰਕੇ ਚੰਗਾ ਆਰਥਿਕ ਮੁਨਾਫਾ ਕਮਾ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਇਹ ਹੈ ਕਿ ਸਾਨੂੰ ਲਗਾਤਾਰ ਤੇ ਇੱਕ ਵਾਧੂ ਆਮਦਨ ਦਾ ਜਿਹੜਾ ਸਾਨੂੰ ਸਾਧਨ ਵੀ ਮਿਲਦਾ ਹੈ। ਇਸ ਤੋਂ ਇਲਾਵਾ ਇਹ ਹੈ ਕਿ ਜਿਵੇਂ ਜਿਹੜੀ ਜੈਵਿਕ ਰਹਿੰਦ ਖੂੰਹਦ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹਦੇ ਲਈ ਸਾਡੇ ਮਨ ਦੇ ਵਿੱਚ ਧਾਰਨਾ ਬਣੀ ਹੁੰਦੀ ਹੈ ਕਿ ਵਿਅਰਥ ਹੈ, ਜਿਹਨੂੰ ਅਸੀਂ ਕਿਤੇ ਨਹੀਂ ਵਰਤ ਸਕਦੇ, ਜਾਂ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਢੇਰਾਂ ਦੇ ਰੂਪ ਦੇ ਵਿੱਚ ਪਈ ਇਹ ਜੈਵਿਕ ਰਹਿੰਦ ਖੂੰਹਦ ਸਾਡੇ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕਰਦੀ ਹੈ ਤੇ ਸਾਡੇ ਮਨੁੱਖੀ ਜੀਵਨ ਉੱਤੇ ਵੀ ਦੁਰਪ੍ਰਭਾਵ ਪਾਉਂਦੀ ਹੈ। ਸੋ ਇਹਨਾਂ ਜੈਵਿਕ ਰਹਿੰਦ ਖੂੰਹਦਾਂ ਨੂੰ ਅਸੀਂ ਮੱਛੀ ਪਾਲਣ ਦੇ ਵਿੱਚ ਖਾਦ ਤੇ ਖੁਰਾਕ ਦੇ ਤੌਰ ਤੇ ਵਰਤ ਕੇ ਅਸੀਂ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ, ਜਿਹੜਾ ਕਿ ਸਾਡੀ ਆਪਣੀ ਚੰਗੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਜੀ, ਤੇ ਹੁਣ ਵੇਖੋ ਉਹ ਅੰਗਰੇਜ਼ੀ ਦੇ ਨਾ ਦੋ ਸ਼ਬਦ ਨੇ, ਡੂ ਤੇ ਡੋਂਟਸ। ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਇੱਕ ਸੂਚੀ ਬਣਾਉਂਦੇ ਆ ਕਿ ਆਹ ਕਰਨਾ ਹੈ ਤੇ ਆਹ ਨਹੀਂ ਕਰਨਾ ਜੀ। ਇਸ ਕਰਕੇ ਹਰ ਕਿੱਤੇ ਦੇ ਵਿੱਚ ਉਹ ਗੱਲ ਹੁੰਦੀ ਆ ਵੀ ਆਹ ਕਰੋ ਤੇ ਆਹ ਨਾ ਕਰੋ ਜੀ। ਉਸ ਪੱਖੋਂ ਜਿਹੜਾ ਵਾ ਉਹ ਮੱਛੀ ਪਾਲਣ ਦਾ ਜਿਹੜਾ ਅਸੀਂ ਸੰਯੁਕਤ ਕਿੱਤਾ ਕਰਨਾ ਹੈ ਤਾਂ ਉਦੋਂ ਕਿਹੜੀਆਂ ਗੱਲਾਂ ਦਾ ਅਸੀਂ ਬੁਨਿਆਦੀ ਤੌਰ ਤੇ ਖਿਆਲ ਰੱਖਣਾ ਕਿ ਆਹ ਕਰਨੀਆਂ ਤੇ ਆਹ ਨਹੀਂ ਕਰਨੀਆਂ ਨੇ, ਤੇ ਬਿਲਕੁਲ ਕਾਂਟਾ ਸਾਡਾ ਜੀ। ਜਦੋਂ ਅਸੀਂ ਸੰਯੁਕਤ ਮੱਛੀ ਪਾਲਣ ਕਰਦੇ ਹਾਂ ਤਾਂ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਸਾਨੂੰ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਸਾਨੂੰ ਜਿਹੜੀਆਂ ਸਿਫਾਰਿਸ਼ ਦਰਾਂ ਨੇ ਉਹਨਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ। ਇਹ ਜੈਵਿਕ ਰਹਿੰਦ ਖੂੰਹਦ ਅਸੀਂ ਸਿਫਾਰਿਸ਼ ਦਰਾਂ ਤੋਂ ਜ਼ਿਆਦਾ ਤਲਾਅ ਦੇ ਵਿੱਚ ਨਹੀਂ ਪਾਣੀ ਹੈ, ਕਿਉਂਕਿ ਇਸ ਦੇ ਨਾਲ ਪਾਣੀ ਦੇ ਵਿੱਚ ਆਕਸੀਜਨ ਦੀ ਕਮੀ ਹੋਣ ਦਾ ਖਤਰਾ ਜਿਹੜਾ ਉਹ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਅਗਰ ਅਸੀਂ ਜਿਹੜੇ ਪਸ਼ੂ ਪਾਲਣ ਕਿੱਤੇ ਨਾਲ ਇਸ ਚੀਜ਼ ਦਾ ਸੁਮੇਲ ਕਰ ਰਹੇ ਹਾਂ ਤਾਂ ਅਗਰ ਪਸ਼ੂ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋ ਰਹੀ ਹੈ ਤਾਂ ਉਸ ਹਾਲਾਤ ਵਿੱਚ ਉਹ ਜੈਵਿਕ ਰਹਿੰਦ ਖੂੰਹਦ ਨੂੰ ਤਲਾਅ ਵਿੱਚ ਪਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਗਰ ਅਸੀਂ ਤਲਾਅ ਨੂੰ ਦੇਖੀਏ, ਸਾਨੂੰ ਜਿਹਨੂੰ ਕਾਈ ਪੁੰਜ ਕਹਿੰਦੇ ਨੇ, ਜਿਹਨੂੰ ਅਸੀਂ ਐਲਗਲ ਬਲੂਮ ਕਹਿੰਦੇ ਹਾਂ, ਅਗਰ ਇੱਦਾਂ ਦੀ ਕੋਈ ਸਥਿਤੀ ਸਾਨੂੰ ਬਣਦੀ ਨਜ਼ਰ ਆ ਰਹੀ ਹੈ ਤਾਂ ਸਾਨੂੰ ਤੁਰੰਤ ਇਹਨਾਂ ਜੈਵਿਕ ਰਹਿੰਦ ਖੂੰਹਦ ਨੂੰ ਤਲਾਅ ਵਿੱਚ ਪਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੜਕੇ
ਏਰੇਟਰ ਚਲਾ ਕੇ ਪਾਣੀ ਦੀ ਏਰੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਜੈਵਿਕ ਰਹਿੰਦ ਖੂੰਹਦ ਵਰਤ ਰਹੇ ਹਾਂ ਤੇ ਉਹਦੇ ਗਲਣ ਸੜਨ ਦੇ ਨਾਲ ਜਿਹੜੀ ਉਹ ਆਕਸੀਜਨ ਉਹਦੇ ਵਿੱਚ ਵਰਤ ਕੇ ਆਕਸੀਜਨ ਦੀ ਕਮੀ ਹੋ ਸਕਦੀ ਹੈ। ਇਸ ਤੋਂ ਇਲਾਵਾ ਤਲਾਅ ਨੂੰ ਰੋਗਾਣੂ ਮੁਕਤ ਰੱਖਣ ਦੇ ਲਈ ਸਮੇਂ-ਸਮੇਂ ਸਿਰ ਸਾਨੂੰ ਲਾਲ ਦਵਾਈ ਦੀ ਵਰਤੋਂ ਵੀ ਕਰਦੇ ਰਹਿਣਾ ਚਾਹੀਦਾ ਹੈ। ਡਾਕਟਰ ਸਾਹਿਬ ਜੀ, ਤੇ ਜਦੋਂ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਖਿਆਲ ਰੱਖਣਾ ਤਾਂ ਇੱਕ ਬੜੀ ਵੱਡੀ ਗੱਲ ਜਿਹੜੀ ਆ ਜਾਂਦੀ ਕਿ ਅਸੀਂ ਜਦੋਂ ਕੋਈ ਵੀ ਕਿੱਤਾ ਸ਼ੁਰੂ ਕਰਦੇ ਹਾਂ ਜਾਂ ਅਸੀਂ ਕੋਈ ਗੱਲ ਅਪਣਾਉਂਦੇ ਹਾਂ ਤਾਂ ਉਦੋਂ ਇਹ ਆ ਕਿ ਸਾਨੂੰ ਮਾਹਰਾਂ ਦੀ ਵੀ ਲੋੜ ਪੈ ਸਕਦੀ ਹੈ ਜੀ। ਕਿਉਂਕਿ ਵੇਖੋ, ਜਿਵੇਂ ਦਿਨ ਸਦਾ ਇੱਕੋ ਜਿਹੇ ਨਹੀਂ ਰਹਿੰਦੇ, ਉਸੇ ਤਰੀਕੇ ਨਾਲ ਇਹਨਾਂ ਕਿੱਤਿਆਂ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ ਜੀ। ਉਸ ਪੱਖੋਂ ਗੁਰੂ ਅੰਗਦ ਦੇ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਜਿਹੜੀ ਆ ਉਹ ਸਾਡੇ ਮੱਛੀ ਪਾਲਕ, ਸਾਡੇ ਕਿਸਾਨ ਵੀਰ, ਸਾਡੇ ਪਸ਼ੂ ਪਾਲਕ ਦੀ ਜੇ ਉਹ ਸਾਂਝੇ ਤੌਰ ਤੇ ਕਰ ਰਿਹਾ, ਉਹਦੀ ਕਿਵੇਂ ਬਾਂਹ ਫੜਦੀ ਆ, ਉਹ ਕੋਈ ਸਿਖਲਾਈ ਲੈਣੀ ਹੋਏ, ਕੋਈ ਜਾਣਕਾਰੀ ਲੈਣੀ ਹੋਏ, ਕਿਸੇ ਉਹ ਵਿਪਤਾ 'ਚ ਆ ਜੇ, ਉਦੋਂ ਕਿਸ ਤਰੀਕੇ ਨਾਲ ਜਿਹੜਾ ਵਾ ਉਹ ਤੁਹਾਡੇ ਨਾਲ ਸੰਪਰਕ ਕਰੇ ਜਾਂ ਤੁਸੀਂ ਉਹਦੀ ਕਿਸ ਤਰੀਕੇ ਨਾਲ ਜਿਹੜੀ ਆ ਉਹ ਸਾਂਭ ਸੰਭਾਲ ਕਰ ਸਕਦੇ ਹੋ। ਜਿਹੜੇ ਕਿਸਾਨ ਵੀਰ ਸੰਯੁਕਤ ਮੱਛੀ ਪਾਲਣ ਦਾ ਕਿੱਤਾ ਕਰ ਰਹੇ ਹਨ ਤਾਂ ਉਹਨਾਂ ਲਈ ਇੱਕ ਤਾਂ ਇਹ ਹੈ ਕਿ ਉਹ ਸਿਫਾਰਿਸ਼ ਦਰਾਂ ਦਾ ਧਿਆਨ ਰੱਖਣ ਤੇ ਨਾਲ ਹੀ ਨਾਲ ਅਗਰ ਉਹ ਮਾਹਿਰਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਉਹ ਕਾਲਜ ਆਫ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਆ ਕੇ ਮਾਹਿਰਾਂ ਨਾਲ ਗੱਲਬਾਤ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਕਿਸਾਨ ਵੀਰ ਇਸ ਕਿੱਤੇ ਨੂੰ ਆਉਣ ਵਾਲੇ ਸਮੇਂ ਵਿੱਚ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਸ਼ੁਰੂ ਕਰਨ ਦਾ ਸੋਚ ਰਹੇ ਹਨ, ਉਹਨਾਂ ਦੇ ਲਈ ਅਸੀਂ ਇੱਥੇ ਕਾਲਜ ਆਫ ਫਿਸ਼ਰੀਜ਼ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ 5 ਦਿਨਾਂ ਦਾ ਸਿਖਲਾਈ ਕੋਰਸ ਦਿੰਦੇ ਹਨ। ਇਸ ਤੋਂ ਇਲਾਵਾ ਸਾਡੇ ਕੁਝ ਸ਼ਾਰਟ ਡਿਊਰੇਸ਼ਨ ਤੇ ਲੌਂਗ ਡਿਊਰੇਸ਼ਨ ਕੋਰਸ ਵੀ ਚੱਲਦੇ ਹਨ ਜਿਨ੍ਹਾਂ ਦਾ ਕਿਸਾਨ ਵੀਰ ਲਾਭ ਉਠਾ ਸਕਦੇ ਹਨ। ਤੇ ਇਸ ਤੋਂ ਇਲਾਵਾ ਉਹ ਜਿਵੇਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਹਨ ਤੇ ਪੰਜਾਬ ਸਟੇਟ ਫਿਸ਼ਰੀਜ਼ ਡਿਪਾਰਟਮੈਂਟ ਦੇ ਵਿੱਚ ਆਫੀਸਰ ਸਾਹਿਬਾਨ ਮੌਜੂਦ ਹਨ, ਉਹ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਵੀ ਸਲਾਹ ਲੈ ਸਕਦੇ ਹਨ ਤੇ ਇਹ ਸਲਾਹ ਲੈਣਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਉਹ ਹੋਣ ਵਾਲੇ ਅਣਚਾਹੇ ਨੁਕਸਾਨ ਤੋਂ ਬਚ ਸਕਣ। ਡਾਕਟਰ ਸਾਹਿਬ ਜੀ, ਜਿਵੇਂ ਤੁਸੀਂ ਗੱਲ ਕੀਤੀ ਮੱਛੀ ਪਾਲਣ ਵਿਭਾਗ ਪੰਜਾਬ ਦਾ ਵਿੱਚ ਜ਼ਿਕਰ ਆਇਆ, ਹੁਣ ਕਈ ਵਾਰ ਹੁੰਦਾ ਕੀ ਆ ਕਿ ਸਾਡਾ ਕਿਸਾਨ ਵੀਰ ਜਿਹੜਾ ਹੈ ਉਹ ਇਹ ਚਾਹੁੰਦਾ ਹੁੰਦਾ ਮੈਂ ਟ੍ਰੇਨਿੰਗ ਵੀ ਲੈ ਲਵਾਂ, ਮੇਰੇ ਕੋਲ ਜ਼ਮੀਨ ਆਪਣੇ ਘਰ ਦੀ ਹੈਗੀ ਆ ਤੇ ਮੈਂ ਜਿਹੜਾ ਕਿੱਤਾ ਸ਼ੁਰੂ ਕਰਨਾ ਹੈ ਉਹਦੇ ਪ੍ਰਤੀ ਮੈਨੂੰ ਕੋਈ ਵਿੱਤੀ ਸਹਾਇਤਾ ਜਿਹੜੀ ਆ ਨਾ ਉਹ ਮਿਲ ਸਕੇ ਜੀ। ਤੇ ਮੱਛੀ ਪਾਲਣ ਸੰਬੰਧੀ ਤੁਹਾਡੀਆਂ ਕਈ ਯੋਜਨਾਵਾਂ ਹੋਣਗੀਆਂ ਵੀ ਜੀ। ਪਰ ਜੇ ਕਿਸੇ ਨੇ ਸੰਯੁਕਤ ਢੰਗ ਨਾਲ ਜਿਹੜਾ ਮੱਛੀ ਪਾਲਣ ਦਾ ਕੰਮ ਕਰਨਾ ਹੋਏ ਜੀ, ਉਦੋਂ ਫਿਰ ਆਪਾਂ ਮੱਛੀ ਪਾਲਣ ਦੀ ਜਿਹੜੀ ਆ ਵਿੱਤੀ ਸਹਾਇਤਾ ਉਹਦੇ ਨਾਲ ਕੰਮ ਚਲਾ ਸਕਦੇ ਆ ਕਿ ਜਾਂ ਕੋਈ ਇਹਦੇ ਸੰਬੰਧੀ ਹੋਰ ਵੀ ਕੋਈ ਜਿਹੜਾ ਨਵਾਂ ਉਪਰਾਲਾ ਹੋਇਆ ਸਰਕਾਰ ਵੱਲੋਂ? ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਅਸੀਂ ਇਹਦੇ ਲਈ ਸਰਕਾਰ ਹੁਣ ਨਵੇਂ ਉਪਰਾਲੇ ਕਰ ਰਹੀ ਹੈ। ਜਿਵੇਂ ਕਿ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ, ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਇੱਕ ਆਈ ਹੈ ਜਿਸ ਦੇ ਵਿੱਚ ਸਰਕਾਰ ਜਿਹੜੇ ਕਿਸਾਨ ਵੀਰ ਇਸ ਸੰਯੁਕਤ ਮੱਛੀ ਪਾਲਣ ਕਿੱਤੇ ਨੂੰ ਅਪਣਾਉਣਾ ਚਾਹੁੰਦੇ ਹਨ ਉਸ ਦੇ ਲਈ ਵੀ ਉਹਨਾਂ ਨੇ ਕੁਝ ਵਿੱਤੀ ਸਹਾਇਤਾ ਦੀਆਂ ਜਿਹੜੀਆਂ ਉੱਥੇ ਸ਼ਰਤਾਂ ਰੱਖੀਆਂ ਹਨ। ਜਿਹੜੇ ਕਿਸਾਨ ਵੀਰ ਉਹਨਾਂ ਸ਼ਰਤਾਂ ਦੇ ਉੱਪਰ ਪੂਰੇ ਖਰੇ ਉਤਰਨਗੇ ਤਾਂ ਉਹਨਾਂ ਦੇ ਲਈ ਵਿੱਤੀ ਸਹਾਇਤਾ ਉਸ ਜਿਹੜੀ ਸਕੀਮ ਹੈ ਉਹਦੇ ਵਿੱਚ ਰੱਖੀ ਗਈ ਹੈ। ਜੀ, ਜਿਹੜਾ ਨਵਾਂ ਬਜਟ ਆ ਉਹਦੇ ਵਿੱਚ ਜੀ। ਕਈ ਇਸ ਤਰੀਕੇ ਦੀਆਂ ਜਿਹੜੀਆਂ ਸੰਭਾਵਨਾਵਾਂ ਹੈਗੀਆਂ ਨੇ ਜੀ, ਜਿਨ੍ਹਾਂ ਰਾਹੀਂ ਜਿਹੜਾ ਆਪਾਂ ਮੱਛੀ ਪਾਲਣ ਦਾ ਕਿੱਤਾ ਜਾਂ ਜੇ ਕਿਸੇ ਨੇ ਸੰਯੁਕਤ ਮੱਛੀ ਪਾਲਣ ਦਾ ਕਿੱਤਾ ਉਹਦੇ ਸੰਬੰਧੀ ਜਿਹੜਾ ਵਾ ਉਹ ਬਿਹਤਰ ਤਰੀਕੇ ਨਾਲ ਕਿੱਤੇ ਨੂੰ ਕਰਨ ਵਾਸਤੇ ਉਹ ਫਾਇਦਾ ਮਿਲ ਸਕਦਾ। ਜੀ। ਜਦੋਂ ਸਰਬਜੀਤ ਜੀ, ਜੇ ਅਸੀਂ ਮੱਛੀ ਪਾਲਣ ਦੀ ਗੱਲ ਕਰਦੇ ਹਾਂ ਤਾਂ ਕਿਉਂਕਿ ਇਹ ਬੜਾ ਵੱਡਾ ਕਾਲਜ ਜਿਹੜਾ ਸਥਾਪਿਤ ਕੀਤਾ ਹੋਇਆ ਹੈ ਤੇ ਉਸ ਪੱਖੋਂ ਹੋਰ ਕਿਹੜੇ ਜਿਹੜੇ ਯਤਨ ਇਸ ਕਾਲਜ ਦੇ ਵਿੱਚ ਕੀਤੇ ਜਾਂਦੇ ਨੇ ਸਾਡੇ ਕਿਸਾਨ ਵੀਰ ਵਾਸਤੇ ਕਿ ਉਹ ਮੱਛੀ ਪਾਲਣ ਦੇ ਨਾਲ ਮੱਛੀ ਪਾਲਣ ਦੇ ਵਿੱਚ ਹੀ ਹੋਰ ਜਿਹੜੀਆਂ ਵਾ ਅੱਗੇ ਵੱਖੋ ਵੱਖਰੇ ਪੂਰਕ ਜਿਹੜੀਆਂ ਕਿਰਿਆਵਾਂ ਜਾਂ ਪੂਰਕ ਕਿਤੇ ਉਹ ਕਿਹੜੇ ਹੋਰ ਜਿਹੜੇ ਸ਼ਾਮਲ ਹੋ ਸਕਦੇ ਇਹਦੇ ਵਿੱਚ? ਪੰਜਾਬ ਦੀ ਅਗਰ ਗੱਲ ਕਰੀਏ ਤਾਂ ਕਾਰਪ ਮੱਛੀ ਪਾਲਣ ਜਿਹੜਾ ਹੈ ਉਹ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਜੀ। ਪਰ ਇਸ ਦੇ ਨਾਲ ਸਾਡੇ ਜਿਹੜੇ ਅਗਾਂਹ ਵਧੂ ਕਿਸਾਨ ਵੀਰ ਨੇ ਉਹ ਹੋਰ ਨਵੀਆਂ ਜਿਹੜੀਆਂ ਆਧੁਨਿਕ ਜਿਹੜੀਆਂ ਤਕਨੀਕਾਂ ਨੇ ਉਹਨਾਂ ਨੂੰ ਵੀ ਅਪਣਾ ਰਹੇ ਹਨ। ਉਹਨਾਂ ਦੇ ਵਿੱਚੋਂ ਜਿਹੜੀਆਂ ਕੁਝ ਨਵੀਆਂ ਕਿਸਮਾਂ ਆ ਰਹੀਆਂ ਹਨ ਉਹ ਉਹਨਾਂ ਦਾ ਪਾਲਣ ਕਰਨ ਵਿੱਚ ਵੀ ਕਾਫੀ ਅੱਗੇ ਵਧ ਰਹੇ ਹਨ। ਜਿਵੇਂ ਕਿ ਅਗਰ ਪੰਗਾਸ ਫਾਰਮਿੰਗ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨ ਇਸ ਚੀਜ਼ ਵਿੱਚ ਕਾਫੀ ਸਫਲਤਾਪੂਰਵਕ ਅੱਗੇ ਵਧ ਰਹੇ ਹਨ। ਇਸ ਤੋਂ ਇਲਾਵਾ ਅਗਰ ਅਸੀਂ ਪੰਜਾਬ ਦੇ ਵਿੱਚ ਜਿਹੜੇ ਸੇਮ ਅਤੇ ਖਾਰੇਪਨ ਦੇ ਇਲਾਕੇ ਨੇ ਜਿਵੇਂ ਸਾਊਥ ਵੈਸਟ ਡਿਸਟ੍ਰਿਕਟ ਅਗਰ ਗੱਲ ਕਰੀਏ ਅਸੀਂ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮਾਨਸਾ, ਇਹ ਜਿਹੜੇ ਡਿਸਟ੍ਰਿਕਟ ਨੇ ਇਹਨਾਂ ਦੇ ਵਿੱਚ ਕਾਫੀ ਸਫਲਤਾਪੂਰਵਕ ਝੀਂਗਾ ਪਾਲਣ ਵੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਸ ਖੇਤਰ ਦੇ ਵਿੱਚ ਕਿਸਾਨ ਵੀਰ ਸਜਾਵਟੀ ਮੱਛੀਆਂ ਦਾ ਪਾਲਣ ਇਸ ਕਿੱਤੇ ਨੂੰ ਵੀ ਅਪਣਾ ਸਕਦੇ ਹਨ ਤੇ ਇਹ ਸਾਰੀਆਂ ਚੀਜ਼ਾਂ ਤੋਂ ਬਿਨਾਂ ਅਗਰ ਪਾਲਣ ਤੋਂ ਬਿਨਾਂ ਅਸੀਂ ਦੇਖੀਏ ਤਾਂ ਕਿਸਾਨ ਵੀਰ ਜਿਹੜੀ ਪ੍ਰੋਸੈਸਿੰਗ ਟੈਕਨੋਲੋਜੀ ਹੈ ਜਿਹਦੇ ਵਿੱਚ ਕਿ ਉਹ ਵੈਲਿਊ ਐਡਿਡ ਪ੍ਰੋਡਕਟ ਨੇ ਜਿਹੜੇ ਮੱਛੀ ਦੇ ਮਾਸ ਤੋਂ ਤਿਆਰ ਕਰਕੇ ਉਹ ਤੋਂ ਵੀ ਵਧੇਰੇ ਮੁਨਾਫਾ ਉਹ ਕਮਾ ਸਕਦੇ ਹਨ। ਸੋ ਇਹਦੀ ਜਿਹੜੀ ਸਿਖਲਾਈ ਦੇ ਲਈ ਉਹ ਮਾਹਿਰਾਂ ਨਾਲ ਇੱਥੇ ਕਾਲਜ ਆਫ ਫਿਸ਼ਰੀਜ਼
ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਆ ਕੇ ਉਹ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਹਨ ਤੇ ਅੱਗੇ ਉਹ ਜਿਸ ਕੋਰਸ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਨ ਉਹਦੀ ਪੂਰੀ ਸਿਖਲਾਈ ਕੋਰਸ ਲੈ ਕੇ ਉਹ ਸਫਲਤਾਪੂਰਵਕ ਉਸ ਦੇ ਵਿੱਚ ਅੱਗੇ ਵਧ ਸਕਦੇ ਹਨ। ਡਾਕਟਰ ਸਰਬਜੀਤ ਜੀ ਵੇਖੋ, ਕਹਿੰਦੇ ਕਿ ਜਦੋਂ ਤੱਕ ਅਸੀਂ ਆਪਣੀਆਂ ਅੱਖਾਂ ਨਾਲ ਕੋਈ ਚੀਜ਼ ਨਹੀਂ ਵੇਖਦੇ ਤੇ ਉਦੋਂ ਤੱਕ ਸਾਡਾ ਇੱਕ ਮਨ ਦੇ ਉੱਤੇ ਇਸ ਤਰੀਕੇ ਦੀ ਸੋਚ ਆ ਕਿ ਸਾਡਾ ਵਿਸ਼ਵਾਸ ਜਿਹੜਾ ਨਾ ਉਹ ਪੱਕਾ ਨਹੀਂ ਹੁੰਦਾ ਜੀ। ਤੇ ਕਿਉਂਕਿ ਮਾਹਰ ਜਿਹੜੇ ਆ ਉਹ ਅਸੀਂ ਜਿਵੇਂ ਬੈਠੇ ਆ ਤੇ ਉਦੋਂ ਇਸ ਤਰੀਕੇ ਨਾਲ ਗੱਲਾਂ ਹੋ ਗਈਆਂ, ਪਰ ਇਹ ਨਹੀਂ ਪਤਾ ਲੱਗਦਾ ਕਿ ਸੱਚੀ ਮੁੱਚੀ ਜਿਹੜਾ ਵਾ ਇਹਨਾਂ ਨੇ ਇਸ ਤਰੀਕੇ ਦੇ ਤਜਰਬੇ ਵੀ ਕੀਤੇ ਆ ਜੀ। ਉਸ ਪੱਖੋਂ ਜਦੋਂ ਅਸੀਂ ਇਹ ਗੱਲ ਕਰੀਏ ਤਾਂ ਕਾਲਜ ਆਫ ਫਿਸ਼ਰੀਜ਼ ਅਸੀਂ ਅਕਸਰ ਪਹਿਲਾਂ ਵੀ ਇਹੋ ਜਿਹੇ ਪ੍ਰੋਗਰਾਮ ਕੀਤੇ ਨੇ। ਤੁਸੀਂ ਕਿਹੜੇ ਇੱਥੇ ਨਮੂਨੇ ਦੇ ਯੂਨਿਟ ਜਾਂ ਇਕਾਈਆਂ ਤਿਆਰ ਕੀਤੀਆਂ ਹੋਈਆਂ ਜਿੱਥੇ ਆ ਕੇ ਸਾਡਾ ਕਿਸਾਨ ਵੀਰ ਵੇਖ ਸਕਦਾ ਹੈ, ਜਿੱਥੇ ਆ ਕੇ ਕਿਸਾਨ ਵੀਰ ਸਮਝ ਸਕਦਾ ਹੈ ਕਿ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਇਹ ਸੱਚੀ ਮੁੱਚੀ ਜਿਹੜਾ ਵਾ ਇੱਥੇ ਬਤਕਾਂ ਪਾਲੀਆਂ ਜਾ ਰਹੀਆਂ ਨੇ, ਇੱਥੇ ਸੱਚੀ ਮੁੱਚੀ ਸਬਜ਼ੀਆਂ ਉਗਾਈਆਂ ਜਾ ਰਹੀਆਂ ਨੇ। ਉਸ ਪੱਖੋਂ ਜਿਹੜਾ ਇਸ ਕਾਲਜ ਦੇ ਵਿੱਚ ਕੀ ਕੁਛ ਜਿਹੜਾ ਇਹੋ ਜਿਹਾ ਤਿਆਰ ਕੀਤਾ ਹੋਇਆ ਤੁਸੀਂ? ਜਿਵੇਂ ਅਸੀਂ ਸੰਯੁਕਤ ਮੱਛੀ ਪਾਲਣ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਪਹਿਲਾਂ ਇਹੀ ਦੱਸਣਾ ਚਾਹਾਂਗੀ ਕਿ ਜਿਹੜੇ ਕਿਸਾਨ ਵੀਰ ਮੱਛੀ ਅਤੇ ਬੱਤਖ ਪਾਲਣ ਦਾ ਪ੍ਰਦਰਸ਼ਨੀ ਯੂਨਿਟ ਦੇਖਣਾ ਚਾਹੁੰਦੇ ਹਨ ਤਾਂ ਕਾਲਜ ਆਫ ਫਿਸ਼ਰੀਜ਼ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਉਹ ਸਥਾਪਿਤ ਹੈ। ਉਹ ਆ ਕੇ ਉਹਨੂੰ ਦੇਖ ਸਕਦੇ ਹਨ ਤੇ ਅਗਰ ਉਹਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਆਉਂਦਾ ਹੈ, ਕੋਈ ਉਹ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਉਹ ਇੱਥੇ ਮਾਹਿਰਾਂ ਨਾਲ ਵੀ ਗੱਲਬਾਤ ਕਰ ਸਕਦੇ ਹਨ। ਇਸ ਤੋਂ ਇਲਾਵਾ ਕਾਲਜ ਦੇ ਵਿੱਚ RAS ਅਤੇ ਜਿਹਨੂੰ ਅਸੀਂ ਰੀਸਰਕੂਲੇਟਰੀ ਐਕਵਾਕਲਚਰ ਸਿਸਟਮ ਕਹਿੰਦੇ ਹਾਂ ਅਤੇ ਬਾਇਓਫਲੌਕ ਜਿਹੜੀਆਂ ਕਿ ਆਧੁਨਿਕ ਟੈਕਨੋਲੋਜੀਜ਼ ਨੇ, ਅਗਰ ਅਸੀਂ ਕਾਰਪ ਕਲਚਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਜਿਹਦੇ ਵਿੱਚ ਥੋੜੇ ਥਾਂ ਦੇ ਵਿੱਚ ਜ਼ਿਆਦਾ ਮੱਛੀ ਜਿਹੜੀ ਥੋੜੇ ਥਾਂ ਦੇ ਵਿੱਚ ਅਸੀਂ ਵੱਧ ਮੱਛੀ ਪੈਦਾ ਕਰਕੇ ਅਸੀਂ ਮੁਨਾਫਾ ਕਮਾ ਸਕਦੇ ਹਾਂ। ਨਾਲ ਸਬਜ਼ੀਆਂ ਉਗਾਉਂਦੇ ਜੇ ਤੁਸੀਂ ਮੇਰੇ ਖਿਆਲ ਜੀ। ਅਸੀਂ ਜਿਹੜੇ ਹੋਰ ਤਲਾਬ ਬਣੇ ਹੋਏ ਨੇ ਉਹਨਾਂ ਦੇ ਕੰਢੇ ਦੇ ਉੱਤੇ ਅਸੀਂ ਸਬਜ਼ੀਆਂ ਉਗਾਉਂਦੇ ਹਾਂ, ਜਿਵੇਂ ਕਿ ਅਸੀਂ ਗੱਲ ਕੀਤੀ ਹੈ ਟਮਾਟਰ ਵਗੈਰਾ ਤੇ ਹੋਰ ਜਿਹੜੀਆਂ ਅਸੀਂ ਗਾਜਰ, ਮੂਲੀ ਇਸ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਉਗਾਉਂਦੇ ਹਾਂ। ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਯੂਨਿਟ ਹੈ ਇੱਥੇ ਸਥਾਪਿਤ ਕੀਤਾ ਗਿਆ ਹੈ ਜਿਹਨੂੰ ਐਕਵਾਪੋਨਿਕਸ, ਜਿਹਨੂੰ ਅੱਜ ਕੱਲ੍ਹ ਜਿਹੜੇ ਸਾਡੇ ਫਾਰਮਰ ਨੇ ਕਾਫੀ ਵਧੀਆ ਤਰੀਕੇ ਦੇ ਨਾਲ ਉਹ ਅਪਣਾਉਣ ਦਾ ਸੋਚ ਰਹੇ ਹਨ ਤੇ ਉਹ ਵੀ ਇੱਕ ਯੂਨਿਟ ਇੱਥੇ ਸਥਾਪਿਤ ਹੈ। ਡਾਕਟਰ ਸਾਹਿਬ, ਐਕਵਾਪੋਨਿਕਸ ਯੂਨਿਟ ਦੇ ਵਿੱਚ ਇਹ ਹੈ ਕਿ ਐਕਵਾਕਲਚਰ ਅਤੇ ਹਾਈਡਰੋਪੋਨਿਕਸ ਮਤਲਬ ਕਿ ਅਸੀਂ ਐਕਵਾਕਲਚਰ ਦੇ ਨਾਲ ਅਸੀਂ ਹੋਰ ਸਬਜ਼ੀਆਂ ਵੀ ਉਗਾ ਸਕਦੇ ਹਾਂ। ਸੋ ਇਹਨਾਂ ਦਾ ਇੱਕ ਜਿਹੜਾ ਡਿਜ਼ਾਈਨ ਹੁੰਦਾ ਹੈ ਪ੍ਰੋਪਰ, ਜਿਹਨੂੰ ਕਿ ਸਾਨੂੰ ਫੋਲੋ ਕਰਨਾ ਪੈਂਦਾ ਹੈ ਤੇ ਉਹ ਅਸੀਂ ਚੰਗਾ ਸੁਮੇਲ ਕਰਕੇ ਐਕਵਾਕਲਚਰ ਤੇ ਅਸੀਂ ਜਿਹੜੀਆਂ ਸਬਜ਼ੀਆਂ ਦਾ ਸੁਮੇਲ ਕਰਕੇ ਉਹਨੂੰ ਹੀ ਅਸੀਂ ਐਕਵਾਪੋਨਿਕਸ ਕਹਿੰਦੇ ਹਾਂ। ਇਹਦੇ ਵਿੱਚ ਕਾਫੀ ਜ਼ਿਆਦਾ ਇੱਕ ਇਨਵੈਸਟਮੈਂਟ ਹੈ ਪਰ ਉਨਾ ਹੀ ਜਿਹੜਾ ਆਰਥਿਕ ਮੁਨਾਫਾ ਵੀ ਕਾਫੀ ਜ਼ਿਆਦਾ ਹੈ। ਪਰ ਇੱਥੇ ਵੀ ਮੈਂ ਇਹੀ ਕਹਿਣਾ ਚਾਹਾਂਗੀ ਕਿ ਇਹ ਜਿੰਨੀਆਂ ਵੀ ਆਧੁਨਿਕ ਤਕਨੀਕਾਂ ਨੇ, ਜਿਹੜੇ ਸਾਡੇ ਕਿਸਾਨ ਵੀਰ ਨੇ ਇਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹਦੀ ਪੂਰੀ ਤਕਨੀਕੀ ਜਾਣਕਾਰੀ ਲੈ ਕੇ ਹੀ ਉਹਨੂੰ ਸ਼ੁਰੂ ਕਰਨ, ਕਿਉਂਕਿ ਜਿੱਦਾਂ ਮੈਂ ਦੱਸਿਆ ਕਿ ਇਹਦੇ ਵਿੱਚ ਇਨਵੈਸਟਮੈਂਟ ਕਾਫੀ ਜ਼ਿਆਦਾ ਹੈ ਤਾਂ ਉਹਦੇ ਵਿੱਚ ਜਿਹੜੇ ਅਸਫਲ ਹੋਣ ਦੇ ਜਿਹੜੇ ਜ਼ਿਆਦਾ ਖਤਰਾ ਵੱਧ ਜਾਂਦਾ ਹੈ। ਯੂਨੀਵਰਸਿਟੀ 'ਚ ਮਾਹਰਾਂ ਨੂੰ ਮਿਲੋ, ਧਿਆਨ ਨਾਲ ਵੇਖੋ, ਪਰਖੋ, ਇਹਨਾਂ ਕੋਲੋਂ ਜਾਣੋ ਤੇ ਉਸ ਤੋਂ ਬਾਅਦ ਤੁਸੀਂ ਇਸ ਕਿੱਤੇ ਨੂੰ ਸ਼ੁਰੂ ਕਰੋ ਤਾਂ ਕਿ ਤੁਸੀਂ ਵਧੀਆ ਤਰੀਕੇ ਨਾਲ ਕਿੱਤਾ ਕਰ ਸਕੋ ਤੇ ਭਰਪੂਰ ਮੁਨਾਫਾ ਜਿਹੜਾ ਕਮਾ ਸਕੋ। ਡਾਕਟਰ ਸਾਹਿਬ ਜੀ ਬਹੁਤ ਸ਼ੁਕਰੀਆ ਕਿ ਤੁਸੀਂ ਵਿਸਥਾਰ 'ਚ ਜਾਣਕਾਰੀ ਦਿੱਤੀ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਜਿਹੜੇ ਆ ਇਹਨਾਂ ਕਿੱਤਿਆਂ ਨੂੰ ਅਪਣਾਉਣ ਦੇ ਵਿੱਚ ਆਪਣਾ ਭਰਪੂਰ ਜਿਹੜਾ ਵਾ ਉਹ ਯੋਗਦਾਨ ਤੇ ਆਪਣਾ ਸਹਿਯੋਗ ਜਿਹੜਾ ਦੇਣਗੇ।